बिस्मिल्लाहिर्रहमानिर्रहीम। अस्सलाम वालेकुम दोस्तों, क्या हाल चाल है? ठीक ठाक है। उम्मीद करता हूँ सब भाई खैर खैरियत से होंगे। अल्लाह पाक हम सब पे अपनी रहमत फरमाए। दोस्तों, आप मेरा यूट्यूब चैनल देख रहे हैं। आपका दोस्त आपका भाई सलमान जाहिद एक नई वीडियो के साथ आपकी खिदमत में हाजिर है। लें दोस्तों, आज ना मैं बड़े पुराने खिलाड़ी हैं, तजर्बाकार, ठीक है, अकबर भाई, इनकी तरफ मौजूद हूँ। ये ना मेरे घर के थोड़े डिस्टेंस फासले पे ना रहते हैं, तो मौसम अच्छा था, मैंने सोचा आज ना इनके साथ वीडियो बनाते हैं। इनकी बहुत मेहरबानी, इनके प्यार का बहुत शुक्रिया, इन्होंने मुझे टाइम दिया। और कुछ सवालात होंगे और कुछ शौक होगा, ठीक है दोस्तों। मेरी कोशिश यही होती है कि जो मतलब कि छोटी सी वीडियो हो, खूबसूरत और अच्छी हो, मतलब कि जितने नए कबूतर परवर भाई हैं ना, उनकी नॉलेज में इजाफा हो, अवेयरनेस आए। इसके अलावा जो उनसे है ना, मतलब आपको अच्छे कबूतर भी दिखाएंगे, ठीक है। एक इजाज़ भाई हैं हमारे सियालकोट में ना, उन्होंने मुझे काफ़ी देर से मेरे पीछे पड़े हुए हैं कि सलमान भाई आप ना कोई इमामदीन कबूतर दिखाएं हमें। और एक भाई का सवाल था कि हम ना एक मतलब कि एक कबूतर, एक अच्छा कबूतर हमारे हाथ लग गया, तो उससे कैसे नस्ल चलाएं कि ना कबूतर ख़राब भी ना हो। अस्सलाम वालेकुम अकबर भाई, क्या हाल जी चाल? वालेकुम सलाम सलमान भाई, बहुत शुक्रिया ਤੁਹਾਡਾ। ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਏ ਜੇ ਔਰ ਤੁਸੀਂ ਚੈਨਲ ਸਟਾਰਟ ਕੀਤਾ ਔਰ ਬੜੀ ਅੱਛੀ ਗੱਲ ਹੈ ਲੋਕਾਂ ਦੀ। लें दोस्तों, अकबर भाई हमारे साथ मौजूद हैं, ठीक है। एक कबूतर परवरी में ना माशाल्लाह इनका काफ़ी तजर्बा है, अच्छे खिलाड़ी हैं, अच्छे शौकीन हैं, और माशाल्लाह इल्म भी बहुत ज़्यादा है इनके पास। तो कोशिश यही होती है कि जो नए शौकीन हैं ना, उन तक भी ये नॉलेज पहुँचे, क्योंकि कबूतर परवरी जो उनसी है ना, ये तजर्बे के साथ ही हासिल होती है। एक एक मतलब अगर कोई उस्ताद या कोई अच्छा शौकीन या कोई तजर्बाकार खिलाड़ी कोई आपको पॉइंट बताता है, आप उसे एक्सेप्ट करें, उसे एक एक करके जो सा ना आप इकट्ठा करें। अगर कोई बात समझ में नहीं आती, ज़रूरी नहीं है कि आपकी सोच या कोई उस्ताद या कोई अच्छा शौकीन आपको कोई बात बताता है, आपकी समझ में नहीं आ रही, डिलीट कर दें, तनकीद से परहेज़ करें, ठीक है ना। अकबर भाई, एक चीज़ है, ਤੁਹਾਨੂੰ माशाल्लाह कितनी देर हो गई है इस शौक ਦੇ ਵਿੱਚ? ਸਲਮਾਨ ਭਾਈ, ਮੈਂ ਸਭ ਤੋਂ ਪਹਿਲੇ ਤੇ ਆਪਣੇ ਦੇਖਣ ਵਾਲੇ ਜਿੰਨੇ ਸ਼ੌਕੀਨ ਭਾਈ ਨੇ ਔਰ ਤੁਹਾਡਾ ਵੀ ਸਭ ਦਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਚਲੋ ਇਸ ਸ਼ੌਕ ਦੇ ਵਿੱਚ ਇੱਕ ਕਦਮ ਚੁੱਕ ਰਹੇ ਹੋ ਔਰ ਇਹਦੇ 'ਚ ਇੱਕ ਬਿਹਤਰੀ ਲਈ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਚਲੋ ਕੋਈ ਸ਼ੌਕ 'ਚ ਬਿਹਤਰ ਤੋਂ ਬਿਹਤਰ ਕੁਝ ਕਰ ਸਕੋ। ਤੇ ਸਭ ਦੋਸਤਾਂ ਨੂੰ ਮੇਰੀ ਤਰਫੋਂ ਅਸਲਾਮ ਵਾਲੇਕੁਮ। ਸਲਮਾਨ ਭਾਈ, ਮੈਂ ਇਸ ਸ਼ੌਕ ਦੇ ਵਿੱਚ ਤਕਰੀਬਨ ਕਹਿ ਲਓ ਕਿ 82 ਤੋਂ ਮੇਰਾ 82 ਤੋਂ ਸ਼ੌਕ ਜੀ ਹੈ। 82 ਤੋਂ ਸ਼ੌਕ ਕਰ ਰਹੇ ਬਸ ਉਸ ਮੁਸਲਸਲ ਮਤਲਬ ਬਰੀਡਿੰਗ ਦੇ ਵਿੱਚ ਹੋ? ਨਹੀਂ, ਮੈਂ 82 ਤੋਂ 2000 ਤੱਕ ਜਿਹੜਾ ਨਾ ਉਡਾਨ ਦਾ ਬੜਾ ਜਨੂਨ ਸੀ। ਸਹੀ। 2000 ਦੇ ਵਿੱਚ ਫਿਰ ਫੈਮਿਲੀ ਸ਼ਾਦੀ ਹੋ ਗਈ ਮੇਰੀ ਔਰ ਮੈਂ ਫਿਰ ਕੁਛ ਇਸ ਸ਼ੌਕ ਨੂੰ ਚੇਂਜ ਕਰ ਲਿਆ, ਕਿਉਂਕਿ ਪਹਿਲੇ ਆਪਣੀ ਲਾਈਫ ਵੱਲ ਤਵੱਜੋ ਦੇਣੀ ਚਾਹੀਦੀ ਹੈ। ਫਿਰ ਇਹ ਸ਼ੌਕ ਜਿਹੜਾ ਬੇਸਿਕਲੀ ਹੁੰਦਾ ਨਾ, ਇਹ ਬੰਦੇ ਦਾ ਇੱਕ ਅਲੱਗ ਸ਼ੌਕ ਹੈ। ਬਿਲਕੁਲ। ਔਰ ਇਹ ਤੁਸੀਂ ਪਹਿਲੇ ਆਪਣੇ ਫੈਮਿਲੀ ਨੂੰ ਟਾਈਮ ਦਿਓ, ਅਗਰ ਤੁਹਾਡੇ ਕੋਲ ਟਾਈਮ ਬਚ ਰਿਹਾ ਫਿਰ ਤੁਸੀਂ ਆਪਣੇ ਸ਼ੌਕ ਨੂੰ ਟਾਈਮ ਦਿਓ। ਬਿਲਕੁਲ। ਤੇ 2000 ਤੋਂ ਬਾਅਦ ਮੈਂ ਬਰੀਡਿੰਗ ਦੇ ਸ਼ੋਬੇ 'ਚ ਜ਼ਿਆਦਾ ਤਵੱਜੋ ਦੇਣੀ ਮੁਸਲਸਲ ਬਰੀਡਿੰਗ। 2000 ਤੋਂ ਬਾਅਦ ਮੈਂ ਫਿਰ ਬਰੀਡਿੰਗ ਦੇ ਸ਼ੋਬੇ 2000 ਤੋਂ ਪਹਿਲੇ ਉਡਾਉਣ ਦਾ ਬੜਾ ਅੱਛਾ ਸ਼ੌਕ ਕੀਤਾ। ਉਸ ਟਾਈਮ ਸ਼ੌਕ ਵੀ ਬੜਾ ਸਿੰਪਲ ਹੁੰਦਾ ਸੀ, ਠੀਕ ਹੋ। ਹੁਣ ਤੇ ਕਾਫੀ ਜਿੱਦਤ ਆ ਗਈ ਹੈ। ਬਿਲਕੁਲ ਬਸ ਹੈ। ਅਕਬਰ ਭਾਈ, ਮੇਰੇ ਨਾ ਇੱਕ ਦੋਸਤ ਹੈਗਾ ਇੱਥੇ ਨਾ, ਉਹਨੇ ਸਵਾਲ ਕੀਤਾ ਸੀ ਕਿ ਨਾ ਇੱਕ ਕਬੂਤਰ ਸਾਡੇ ਕੋਲ ਅੱਛਾ ਆ ਗਿਆ, ਜੀ ਜੀ ਠੀਕ ਹੈ, ਜੀ। ਅਸੀਂ ਉਹਦੇ ਤੋਂ ਨਸਲ ਕਿਵੇਂ ਬਣਾ ਸਕਦੇ ਹਾਂ ਅੱਗੇ? ਦੇਖੋ ਸਲਮਾਨ ਭਾਈ, ਇਹ ਜਿਹੜਾ ਨਾ ਅੱਛਾ ਪਰਿੰਦਾ ਆ ਗਿਆ ਨਾ, ਤੇ ਉਹਦੇ ਲਈ ਤੁਹਾਨੂੰ ਇੱਕ ਅੱਛੀ ਮਾਦੀ ਦੀ ਜ਼ਰੂਰਤ ਹੈ। ਠੀਕ ਹੋ ਗਈ। ਅਗਰ ਉਹਦੇ ਨਾਲ ਤੁਸੀਂ ਉਹਨੂੰ ਬੇਸਿਕ ਚੀਜ਼ ਹੈ ਕਿ ਉਹ ਪਰਿੰਦਾ ਜਿਸ ਵੀ ਨਸਲ 'ਚ ਹੈ, ਜਦੋਂ ਤੱਕ ਤੁਸੀਂ ਉਹਦੇ ਨਾਲ ਉਸ ਨਸਲ ਦੀ ਮਾਦੀ ਨਹੀਂ ਲਗਾਓਗੇ, ਇੱਕ ਅੱਛੀ ਬਰੀਡ ਨਹੀਂ ਬਣੇਗੀ ਤੁਹਾਡੇ ਕੋਲ। ਠੀਕ ਹੋ ਗਈ। ਮੈਂ ਤੁਸੀਂ ਅਗਰ ਕੋਈ ਉਹਦੇ ਨਾਲ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ, ਕੋਈ ਸ਼ਾਰਟਕਟ ਲਗਾਉਣਾ ਚਾਹੁੰਦੇ ਹੋ, ਤਾਂ ਮੇਰਾ ਨਹੀਂ ਖਿਆਲ ਕਿ ਤੁਸੀਂ ਉਸ ਮੰਜ਼ਿਲ 'ਤੇ ਜਲਦੀ ਪਹੁੰਚੋਗੇ। ਠੀਕ ਹੋ। ਕੋਸ਼ਿਸ਼ ਇਹੀ ਕਰਨੀ ਚਾਹੀਦੀ ਕਿ ਅਗਰ ਇੱਕ ਅੱਛਾ ਪਰਿੰਦਾ ਆਇਆ, ਕੋਸ਼ਿਸ਼ ਕਰਕੇ ਉਸੀ ਨਸਲ ਦੇ ਵਿੱਚ ਇੱਕ ਅੱਛੀ ਮਾਦਾ ਦੀ ਤਲਾਸ਼ ਕਰੋ। ਠੀਕ ਹੋ ਗਿਆ। ਫਿਰ ਉਹ ਫੇਰ ਲਗਾਓ, ਤੁਹਾਡੇ ਕੋਲ ਇੱਕ ਅੱਛੀ ਬਰੀਡ ਬਣ ਜਾਏਗੀ। ਠੀਕ ਹੋ ਗਿਆ। ਉਹਨੇ ਫਰਜ਼ ਕਰੋ ਇੱਕ ਇਮਾਮਦੀਨ ਕਬੂਤਰ ਹੈ, ਉਹ ਭਾਈ ਕਹਿ ਰਿਹਾ ਮੇਰੇ ਕੋਲ ਨਾ ਇੱਕ ਇਮਾਮਦੀਨ ਕਬੂਤਰ ਹੈ, ਜੀ ਜੀ। ਤੇ ਮੈਨੂੰ ਮਾਦੀ ਨਹੀਂ ਹੁੰਦੇ ਮਿਆਰ ਦੀ ਮਿਲਦੀ ਪਈ, ਤੇ ਅਗਰ ਉਹ ਕ੍ਰੋਸ ਬਰੀਡ ਲਾ ਲੈਂਦਾ, ਬਾਅਦ 'ਚ ਉਹਨੂੰ ਅਲੱਗ ਕਿਵੇਂ ਕਰ ਸਕਦੇ ਹਾਂ ਅਸੀਂ? ਉਹਦੇ 'ਚ ਇਹ ਸਲਮਾਨ ਵੀ ਦੇਖੋ, ਇਮਾਮਦੀਨ ਜਾਂ ਕੋਈ ਟੈਡੀ ਕੋਈ ਵੀ ਤੁਸੀਂ ਲਗਾ ਲਓ।
ਹਾਂਜੀ ਉਹ ਹਾਂ। ਪ੍ਰੋਸੀਜਰ ਤੇ ਹੈ, ਲੇਕਿਨ ਇਹਦੇ 'ਚ ਦੇਖੋ ਟਾਈਮ ਬੜਾ ਲੱਗਦਾ। ਅਗਰ ਉਹਨਾਂ ਕੋਲ ਠੀਕ ਹੋ। ਟਾਈਮ ਹੈ, ਲੇਕਿਨ ਫਿਰ ਵੀ ਉਹਨਾਂ ਨੂੰ ਮਤਲਬ ਮੇਰੀ ਫਿਰ ਵੀ ਇਹ ਕੋਸ਼ਿਸ਼ ਕਿ ਉਹਨਾਂ ਨੂੰ ਚਾਹੀਦਾ ਰੈੱਡ ਆਈਜ਼ ਹੀ ਉਹਦੇ ਨਾਲ ਲਗਾਉਣ। ਠੀਕ ਹੈ। ਟੈਡੀ ਲਗਾਉਣਗੇ ਤਾਂ ਇੱਕ ਬਿਲਕੁਲ ਡਿਫਰੈਂਟ ਚੀਜ਼ ਹੋ ਜਾਏਗੀ। ਠੀਕ ਹੋ ਗਿਆ। ਉਹ ਫਿਰ ਇੱਕ ਕ੍ਰੋਸ 'ਚ ਚਲੀ ਜਾਏਗੀ। ਕੋਸ਼ਿਸ਼ ਕਰਨ ਕਿ ਉਹਦੇ ਨਾਲ ਇੱਕ ਰੈੱਡ ਆਈਜ਼ ਦੀ ਮਾਦੀ ਲਗਾਉਣ, ਠੀਕ ਹੈ। ਤਾਂ ਕਿ ਕਮ ਅਜ਼ ਕਮ ਉਹਨੂੰ ਬਣਾਉਣ ਵਾਸਤੇ ਉਹ ਅੱਗੇ ਉਹਦੇ ਕਰੀਬ ਤਰੀਨ ਰਹੇ। ਠੀਕ ਹੈ। ਮੇਰਾ ਤੇ ਮਸ਼ਵਰਾ ਇਹੀ ਹੈ ਕਿ ਇੱਕ ਅੱਛੀ ਚੀਜ਼ ਅਗਰ ਮਿਲੀ ਹੈ, ਪਹਿਲੇ ਪੁਰਾਣੇ ਜਿਹੜੇ ਉਸਤਾਦਾ ਕਰਾਮ ਹੁੰਦੇ ਸਨ, ਸ਼ਾਇਦ ਤੁਸੀਂ ਵੀ ਇਸ ਚੀਜ਼ ਨੂੰ ਸਮਝਦੇ ਹੋ ਕਿ ਉਹ ਕਦੀ ਵੀ ਉਸ ਨਰ ਨੂੰ ਪੇਰਿੰਗ ਨਹੀਂ ਸੀ ਕਰਦੇ ਜਦੋਂ ਤੱਕ ਉਹਦੇ ਨਾਲ ਉਹਦੇ ਮਿਆਰ ਦੀ ਮਾਦੀ ਨਹੀਂ ਸੀ ਮਿਲਦੀ। ਉਹ ਨਰ ਚਾਹੇ ਉਹਨਾਂ ਦਾ 1 ਸਾਲ ਵੀ ਪਿਆ ਤੇ ਉਹ ਲਹਿਦਾ ਹੀ ਰੱਖ ਛੱਡਦੇ ਸਨ। ਉਹ ਕਹਿੰਦੇ ਸਨ ਜ਼ਾਇਆ ਕਰਨ ਨਾਲੋਂ ਬਿਹਤਰ ਹੈ ਕਿ ਇਹਨੂੰ ਅਕਸਰ ਪਤਾ ਕਿ ਹੁਣ ਇਹ ਪ੍ਰੋਬਲਮ ਬੜੀ ਆ ਰਹੀ ਹੈ ਸਲਮਾਨ ਭਾਈ ਕਿ ਅਸੀਂ ਨਾ ਇੱਕ ਪਰਿੰਦਾ ਅੱਛਾ ਮਿਲਦਾ ਹੈ ਨਾ ਕਿ ਅਸੀਂ ਉਹਨੂੰ ਤਜਰਬਿਆਂ 'ਚ ਹੀ ਜ਼ਾਇਆ ਕਰ ਦਿੰਦੇ ਹਾਂ। ਬਿਲਕੁਲ ਹਾਂਜੀ। ਮਹਾਂ ਸਾਨੂੰ ਨਾ ਉਹ ਬਜਾਏ ਤੁਸੀਂ ਉਹਨੂੰ ਜ਼ਾਇਆ ਕਰੋ, ਉਹਨੂੰ ਸੇਵ ਕਰ ਲਓ ਕਿਸੇ ਅੱਛੇ ਉਸਤਾਦ, ਕਿਸੇ ਅੱਛੀ ਛੱਤ, ਕਿਸੇ ਅੱਛੀ ਜਗ੍ਹਾ ਤੋਂ ਮਿਲ ਜਾਂਦੀ। ਹੁਣ ਤੇ ਮੈਂ ਕਹਿੰਦਾ ਜੀ ਬੜੀ ਅਵੇਅਰਨੈਸ ਹੈ, ਬੜੇ ਪਰਿੰਦੇ ਸੇਲ ਕਰਨ ਵਾਲੇ ਵੀ ਬਹੁਤ ਨੇ। ਬਿਲਕੁਲ। ਮੇਰਾ ਮਸ਼ਵਰਾ ਇਹੀ ਹੈ ਕਿ ਤੁਸੀਂ ਇੱਕ ਅਗਰ ਅੱਛਾ ਨਰ ਮਿਲਿਆ ਤਾਂ ਕੋਸ਼ਿਸ਼ ਕਰੋ ਕਿ ਉਸ ਨਸਲ ਦੀ ਮਾਦੀ ਲੈ ਕੇ ਉਹਦੇ ਨਾਲ ਲਗਾਓ। ਅਗਰ ਤੁਸੀਂ ਇਹ ਪ੍ਰੋਸੀਜਰ 'ਚ ਚਲੇ ਜਾਓਗੇ ਤਾਂ ਫਿਰ ਤੁਹਾਡੇ ਇਲਮ 'ਤੇ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕਿੰਨਾ ਨੌਲੇਜ ਹੈ, ਤੁਸੀਂ ਕਿਸ ਤਰ੍ਹਾਂ ਹੈ, ਕਿਉਂਕਿ ਇੱਕ ਡਿਫਰੈਂਟ ਪ੍ਰੋਸੀਜਰ ਹੈ, ਡਿਫਰੈਂਟ ਇਹ ਫੌਰੀ ਨਹੀਂ ਹੋ ਸਕਦਾ। ਫੌਰੀ ਨਹੀਂ ਹੋ ਸਕਦਾ ਜੀ ਜੀ। ਤੇ ਮਤਲਬ ਇਹੀ ਵਜ੍ਹਾ ਹੈਗੀ ਹੈ ਕਿ ਕਬੂਤਰਬਾਜ਼ੀ ਤੁਹਾਡਾ ਮਤਲਬ ਕਿ ਤਜਰਬੇ ਨਾਲ ਹਾਸਲ ਹੁੰਦੀ ਵਕਤ ਦੇ ਨਾਲ। ਪ੍ਰੈਕਟੀਕਲ ਹੈ ਜੀ। ਇਹ Practical। ਤੁਸੀਂ ਜਿਸ ਤਰ੍ਹਾਂ ਦੇਖੋ ਨਾ ਜੀ, ਕੋਈ ਵੀ ਕੰਮ ਹੈ ਤੁਸੀਂ ਜਦੋਂ ਉਹਨੂੰ ਕਰੋਗੇ ਨਹੀਂ, ਸੁਣ ਕੇ ਤੁਸੀਂ ਉਹਨੂੰ ਨਹੀਂ ਚਲਾ ਸਕਦੇ। ਸਹੀ। ਇਹਨੂੰ ਕਰਨ ਨਾਲ ਤੁਸੀਂ ਪੇਰਿੰਗ ਕਰੋ, ਪੇਰਿੰਗ ਲਗਾਓ, ਉਹਦੇ ਬੱਚੇ ਉਡਾਓ। ਔਰ ਅਗਰ ਉਡਾਉਣ ਦਾ ਸ਼ੌਕ ਰੱਖਦੇ ਹੋ, ਦੇਖੋ ਬੇਸਿਕ ਸਾਡਾ ਸ਼ੌਕ ਹੈ ਕਿ ਪਰਿੰਦਾ ਉੜਨਾ ਚਾਹੀਦਾ। ਉੜਨਾ ਚਾਹੀਦਾ। ਔਰ ਅਗਰ ਉਹ ਉੜੇਗਾ ਨਹੀਂ, ਅਗਰ ਤੁਸੀਂ ਉਹ ਡੈਕੋਰੇਸ਼ਨ ਪੀਸ ਬਣਾਉਣੇ ਨੇ, ਉਹ ਇੱਕ ਅਲੱਗ ਲਾਈਨ ਹੈ। ਬਹੁਤ ਸਾਰੇ ਦੋਸਤਾਂ ਨੇ ਇਸ ਸ਼ੌਕ 'ਚ ਵੀ ਨੇ ਕਿ ਖੂਬਸੂਰਤੀ ਹੋਣੀ ਚਾਹੀਦੀ ਹੈ, ਰਿਜ਼ਲਟ ਚਾਹੇ ਕੁਛ ਵੀ ਨਾ ਹੋਏ। ਕੁਝ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਜੀ ਰਿਜ਼ਲਟ ਹੋਣਾ ਚਾਹੀਦਾ, ਖੂਬਸੂਰਤੀ ਚਾਹੇ ਕੁਛ ਵੀ ਨਾ ਹੋਏ। ਬਿਲਕੁਲ ਹਾਂਜੀ। ਤੇ ਇਸ ਲਈ ਇਹ ਅਲੱਗ-ਅਲੱਗ ਸ਼ੌਕ ਨੇ, ਜਿੰਦਾ ਜੋ ਸ਼ੌਕ ਹੈ ਉਸ ਲਾਈਨ ਦੇ ਵਿੱਚ ਉਹ ਅਗਰ ਰਹੇਗਾ ਤੇ ਉਹ ਉਹਦੇ 'ਚ ਕਾਮਯਾਬ ਹੋ ਜਾਏਗਾ। ਬਿਲਕੁਲ ਠੀਕ ਹੋ ਗਿਆ। ਅੱਛਾ ਅਕਬਰ ਭਾਈ, ਇੱਕ ਚੀਜ਼ ਹੋਰ ਦੱਸਣਾ ਕਿ ਇਹ ਕਬੂਤਰ ਦੀ ਅੱਖ ਤੋਂ ਆਪਣਾ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹਦੇ 'ਚ ਵਾਪਸੀ ਜਾਂ ਪ੍ਰਵਾਸ ਕਿੰਨੀ? ਪਰਿੰਦਾ ਦੇਖੋ, ਪਰਿੰਦਾ ਜਿਹੜਾ ਨਾ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਬੇਸਿਕ ਗੱਲ ਫਿਰ ਉਹੀ ਆਉਂਦੀ ਹੈ ਕਿ ਤੁਸੀਂ ਕੰਮ ਕਰਦੇ ਹੋ ਨਾ, ਤੁਹਾਨੂੰ ਤਜਰਬਾ ਹੋ ਜਾਂਦਾ ਹੈ ਕਿ ਯਾਰ ਇਸ ਚੀਜ਼ ਦੀ ਇਹ ਸ਼ਕਲ ਹੈ ਔਰ ਇਹ ਚੀਜ਼ ਇਹ ਕੰਮ ਕਰੇਗੀ। ਠੀਕ ਹੋ। ਇਹ ਵੀ ਜਿਹੜੇ ਉਸਤਾਦ ਦੇਖ ਕੇ ਪਰਿੰਦਾ ਦੱਸਦੇ ਨੇ ਨਾ, ਉਹਨਾਂ ਦਾ ਐਕਸਪੀਰੀਅੰਸ ਹੁੰਦਾ। ਟੇਵਾ ਜਿਹੜਾ ਲਗਾਉਂਦਾ ਉਹ ਟੇਵਾ ਗਲਤ ਹੁੰਦਾ। ਠੀਕ। ਪਤਾ ਚੱਲਦਾ ਹੈ, ਬਿਲਕੁਲ ਅੱਖ 'ਚੋਂ ਹੀ ਪਤਾ ਚੱਲਦਾ ਹੈ ਕਿ ਇਹ ਕੀ ਕੁਆਲਿਟੀ ਆਉਂਦੀ ਹੈ, ਕੀ ਨਸਲ ਹੈ, ਬਿਲਕੁਲ। ਕਿੰਨਾ ਅੱਛਾ ਹੈ। ਉਹ ਇਹ ਜਿਹੜੀਆਂ ਚੀਜ਼ਾਂ ਦੱਸ ਰਹੇ ਨੇ ਅੱਜ ਕੱਲ੍ਹ ਸੀਨੀਅਰ ਉਸਤਾਦ, ਉਹ ਇੱਕ ਆਪਣੀ ਉਮਰ ਦਾ ਤਜਰਬਾ ਸ਼ੇਅਰ ਕਰ ਰਹੇ ਨੇ। ਬਿਲਕੁਲ ਐਸੇ। ਔਰ ਉਹ ਤਜਰਬਾ ਉਦੋਂ ਹੀ ਮਿਲਦਾ ਜਦੋਂ ਤੁਸੀਂ ਉਹ ਕੰਮ ਕਰੋਗੇ। ਕੰਮ ਕਰਨ ਤੋਂ ਬਗੈਰ ਇੱਕ ਆਮ ਬੰਦੇ ਨੂੰ ਤੁਸੀਂ ਇੱਕ ਚੀਜ਼ ਪੜ੍ਹਾ ਦਿਓ, ਕੋਈ ਯਾਰ ਇਹਦੇ ਬਾਰੇ ਦੱਸੋ, ਕਹੇਗਾ ਜੀ ਮੈਨੂੰ। ਹੁਣ ਦੇਖੋ ਨਾ, ਮੈਂ ਤੁਹਾਨੂੰ ਇੱਕ ਸਿੰਪਲ ਇੱਕ ਮਿਸਾਲ ਦਿੰਦਾ ਹਾਂ ਕਿ ਟੱਚ ਮੋਬਾਈਲ ਹਜੇ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਚਲਾਉਣਾ ਆ ਰਿਹਾ। ਬਿਲਕੁਲ ਸਹੀ। ਜਦੋਂ ਇਹਨੂੰ ਲੈ ਕੇ ਉਹ ਚਲਾਉਣਾ ਯੂਜ਼ ਕਰਦਾ, ਇਹਦੀਆਂ ਮੁਖਤਲਿਫ ਉਹਦੇ ਚੀਜ਼ਾਂ 'ਚ ਜਾਂਦਾ, ਉਹਨੂੰ ਪਤਾ ਚੱਲਦਾ ਕਿ ਯਾਰ ਇੱਥੋਂ ਆਇਆ ਕਰਨਾ ਇੱਥੋਂ। ਇਹ ਵੀ ਇੱਕ ਇਸੇ ਤਰ੍ਹਾਂ ਹੀ ਹੈ ਕਿ ਤੁਸੀਂ ਜਦੋਂ ਪਰਿੰਦੇ ਰੱਖਦੇ ਹੋ, ਤੁਹਾਨੂੰ ਤੁਸੀਂ ਜਦੋਂ ਉਹਨੂੰ ਦੇਖਦੇ ਹੋ, ਪੇਰਿੰਗ ਕਰਦੇ ਹੋ, ਉਡਾਉਂਦੇ ਹੋ, ਇਸ ਤਰ੍ਹਾਂ ਐਕਸਪੀਰੀਅੰਸ ਹੁੰਦਾ। ਬਗੈਰ ਐਕਸਪੀਰੀਅੰਸ ਤੋਂ ਤੁਹਾਨੂੰ ਕੋਈ ਨੌਲੇਜ ਨਹੀਂ। ਇਹ ਮੈਂ ਅਕਸਰ ਸੁਣਦਾ ਵਾਂ ਕਿ ਦੋਸਤ ਕਹਿੰਦੇ ਨੇ ਜੀ ਕਿ ਇਹ ਮਤਲਬ 2 ਚੀਜ਼ਾਂ ਦੇ ਹੈ ਨਾ ਕਾਮਨ ਨੇ ਕਿ ਤੁਸੀਂ ਪੈਸੇ ਲੈ ਕੇ ਚਲੇ ਜਾਓ, ਪਰਿੰਦਾ ਨਹੀਂ ਤਲਕ ਨਾਲ, ਅਕਲ ਨਾਲ ਵੀ ਪਰਿੰਦਾ ਨਹੀਂ ਬਣ ਸਕਦਾ। ਅਕਲ ਨਾਲ ਉਹ ਕਿਉਂ ਨਹੀਂ ਬਣ ਸਕਦਾ? ਵਜ੍ਹਾ ਕਿ ਤੁਹਾਨੂੰ ਜਦੋਂ ਪਤਾ ਨਹੀਂ ਹੋਏਗਾ ਤੁਹਾਡੀ ਅਕਲ ਕੀ ਕੰਮ ਕਰੇਗੀ ਉੱਥੇ। ਬਿਲਕੁਲ। ਤੁਸੀਂ ਕੁਝ ਸਿੱਖਿਆ ਹੋਏਗਾ, ਕੋਈ ਅੱਛੇ ਉਸਤਾਦਾਂ ਦੇ ਅੱਛੇ ਪਰਿੰਦੇ ਦੇਖੇ ਹੋਣਗੇ, ਫਿਰ ਹੀ ਤੁਸੀਂ ਕਿਧਰੋਂ ਅੱਛਾ ਪਰਿੰਦਾ ਲਿਆ ਸਕੋਗੇ। ਬਿਲਕੁਲ ਐਸੇ। ਜਦੋਂ ਤੱਕ ਤੁਸੀਂ ਕੋਈ ਅੱਛੀ ਚੀਜ਼ ਦੇਖੀ ਨਹੀਂ ਹੋਏਗੀ, ਉੱਥੇ ਤੁਹਾਡੀ ਅਕਲ ਕੀ ਕਰੇਗੀ? ਮੈਂ ਕੁਝ ਦੋਸਤ ਕਹਿੰਦੇ ਜੀ ਅਕਲ ਨਾਲ ਪਰਿੰਦਾ ਬਣ ਜਾਂਦਾ। ਅਕਲ ਨਾਲ ਕਿਸ ਤਰ੍ਹਾਂ ਬਣ ਜਾਂਦਾ? ਤੁਸੀਂ ਜਦੋਂ ਇੱਕ ਚੀਜ਼ ਨੂੰ ਅੱਛਾ ਦੇਖਿਆ ਹੀ ਨਹੀਂ ਹੈ, ਤੁਹਾਨੂੰ ਅੱਛੀ ਚੀਜ਼ ਦੀ ਪਛਾਣ ਹੀ ਨਹੀਂ ਹੈ, ਤੁਸੀਂ ਅਕਲ ਕਿਸ ਤਰ੍ਹਾਂ ਉੱਥੇ ਇਸਤੇਮਾਲ ਕਰ ਸਕੋਗੇ? ਤੇ ਇਸ ਲਈ ਪਹਿਲੇ ਸਿੱਖੋ, ਅੱਛੇ ਉਸਤਾਦਾਂ ਕਰਾਮ ਕੋਲ ਜਾਓ, ਅੱਛੇ ਪਰਿੰਦੇ ਦੇਖੋ, ਅੱਛੇ ਪਰਿੰਦੇ ਦੇਖਣ ਦੀ ਜੁਸਤਜੂ ਰੱਖੋ, ਤੇ ਫਿਰ ਹੀ ਤੁਸੀਂ ਇੱਕ ਅੱਛਾ ਪਰਿੰਦਾ ਲਿਆ ਸਕਦੇ ਹੋ। ਬਿਲਕੁਲ ਠੀਕ ਹੋ ਗਿਆ। ਅੱਛਾ ਅਕਬਰ ਭਾਈ, ਇੱਕ ਚੀਜ਼ ਹੋਰ ਹੈਗੀ ਹੈ ਕਿ ਕ੍ਰੋਸ ਬਰੀਡ ਲਾਇਆ ਕਹਿੰਦੇ ਨੇ ਕਿ ਵੀ ਜ਼ਿਆਦਾ ਉੜਦਾ ਤੇ ਪਿਓਰ ਲਾਇਆ ਨਹੀਂ ਉੜਦਾ। ਇਹਦੇ 'ਚ ਤੁਸੀਂ ਥੋੜਾ ਵਜ਼ਾਹਤ ਕਰੋ ਕਿ ਇਹ ਗੱਲ ਕਿੱਥੋਂ ਤੱਕ ਹਕੀਕਤ ਹੈ ਕਿ ਕਹਿੰਦੇ ਨੇ ਕ੍ਰੋਸ ਵਿੱਚ ਜਿਹੜੇ ਨੇ ਨਾ ਜੋੜਾ। ਸਲਮਾਨ ਭਾਈ, ਉਡਾਨ ਦਾ ਬੇਸਿਕਲੀ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਇੱਕ ਅਰਸੇ ਤੋਂ ਹੈ ਸੀ ਸ਼ੌਕ, ਲੇਕਿਨ ਫਿਰ ਵੀ ਮੈਂ ਇਹਦਾ ਜਵਾਬ ਜ਼ਰੂਰ ਦਿਆਂਗਾ ਜੋ ਮੇਰਾ ਐਕਸਪੀਰੀਅੰਸ ਹੈ। ਬਿਲਕੁਲ। ਉਹ ਇਹ ਹੈ ਕਿ ਦੇਖੋ, ਪਰਿੰਦਾ ਕੋਈ ਵੀ ਅੱਛਾ ਹੈ ਨਾ,
ਹਾਂ ਪ੍ਰਵਾਜ਼ ਵਿੱਚ ਕਮੀ ਪੇਸ਼ੀ ਹੋ ਸਕਦੀ ਹੈ ਕਿ ਇੱਕ ਆਪਣੀ ਬਲੱਡ ਲਾਈਨ 'ਚ ਇੱਕ ਪਰਿੰਦਾ ਉਹਦੇ ਅੰਦਰ ਬਰਦਾਸ਼ਤ ਹੈ, ਜਿਸ ਤਰ੍ਹਾਂ ਮਿਸਾਲ ਤੌਰ 'ਤੇ ਸਿਆਲਕੋਟੀ ਪਰਿੰਦੇ ਨੇ, ਸਹੀ, ਇਹਨਾਂ ਦੀ ਪ੍ਰਵਾਜ਼ ਇੱਕ ਲਿਮਟ ਹੈਗੀ ਹੈ, ਉਸ ਲਿਮਟ ਤੋਂ ਤੁਸੀਂ ਇਹਨਾਂ ਨੂੰ ਉਡਾਉਣਾ ਚਾਹੋਗੇ ਉਹ ਨਹੀਂ ਜਾਣਗੇ। ਬਿਲਕੁਲ ਹੁਣ ਰੈੱਡ ਆਈਜ਼ ਵਿੱਚ ਪਰਿੰਦੇ ਨੇ, ਉਹ ਆਪਣੀ ਨਸਲ 'ਚ ਬਹੁਤ ਆਲਾ ਪ੍ਰਵਾਜ਼ ਦਿੰਦੇ ਨੇ, ਬੜੀ ਲੇਟ ਤੱਕ ਉੱਡਦੇ ਨੇ। ਕ੍ਰੋਸ ਦੇ ਵਿੱਚ ਹੁੰਦਾ ਹੈ ਦੋ ਡਿਫਰੈਂਟ ਬਲੱਡ ਆ ਜਾਂਦੇ ਨੇ, ਕੁਝ ਬਲੱਡ ਐਸੇ ਹੁੰਦੇ ਨੇ ਜਿਨ੍ਹਾਂ 'ਚ ਬਰਦਾਸ਼ਤ ਜ਼ਿਆਦਾ ਹੁੰਦੀ, ਕੁਝ ਬਲੱਡ ਐਸੇ ਹੁੰਦੇ ਨੇ ਜਿਨ੍ਹਾਂ ਬਰਦਾਸ਼ਤ ਥੋੜ੍ਹੀ ਘੱਟ। ਉਹ ਜੋ ਕ੍ਰੋਸਿੰਗ ਦੇ ਵਿੱਚ ਰਿਜ਼ਲਟ ਬਿਹਤਰ ਹੋ ਜਾਂਦਾ, ਲੇਕਿਨ ਇਹ ਕਹਿਣਾ ਕਿ ਜੀ ਆਪਣੀ ਨਸਲ 'ਚ ਨਹੀਂ ਉੱਡਦਾ, ਇਹ ਗਲਤ ਹੈ। ਬਿਲਕੁਲ ਠੀਕ, ਹਰ ਅੱਛਾ ਪਰਿੰਦਾ ਆਪਣੀ ਨਸਲ 'ਚ ਪ੍ਰਵਾਜ਼ ਦਿੰਦਾ ਹੈ। ਬਿਲਕੁਲ ਠੀਕ। ਅਸਲ ਦੇ ਵਿੱਚ ਨਾ ਮੈਂ ਸੋਸ਼ਲ ਮੀਡੀਆ ਤੇ ਨਾ ਇੱਕ ਭਾਈ ਨੇ ਨਾਮ ਨਹੀਂ ਲਵਾਂਗਾ, ਉਹਨਾਂ ਦਾ ਮੈਂ ਵੇਖਿਆ ਸੀ ਇੰਟਰਵਿਊ ਨਾ, ਉਹ ਕਹਿੰਦੇ ਸੀ ਕਿ ਕਸੂਰੀ ਕਬੂਤਰ ਨਾ ਬੜਾ ਜਨੂਨੀ ਕਬੂਤਰ ਹੈ ਜੀ ਜੀ ਜੀ। ਤੇ ਇਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਨਾ ਫਿਰੋਜ਼ਪੁਰੀ ਕਬੂਤਰ ਪਾਏ। ਕਿ ਫਿਰੋਜ਼ਪੁਰੀ ਕਬੂਤਰ ਪਿਓਰ ਨਹੀਂ ਉੜਦੇ ਸੀ? ਨਹੀਂ ਉੜਦੇ ਨੇ, ਬਿਲਕੁਲ ਕਿਉਂ ਨਹੀਂ ਉੜਦੇ, ਬਹੁਤ ਅੱਛੇ ਉੜਦੇ ਨੇ, ਫਿਰੋਜ਼ਪੁਰੀ ਉੜਦੇ ਨੇ। ਅਸੀਂ ਨਾ ਇਹਨੂੰ ਕਸੂਰੀ ਕਬੂਤਰ ਨੂੰ ਮੈਂ ਕੰਟਰੋਲ ਦੱਸਿਆ ਕਰਨਾ ਕਿ ਕੋਈ ਵੀ ਪਰਿੰਦਾ ਹੈ ਨਾ, ਅਗਰ ਉਹ ਆਪਣੀ ਨਸਲ 'ਚ ਆਪਣੀ ਕੁਆਲਿਟੀ 'ਚ ਔਰ ਉਹ ਅੱਛਾ ਪਰਿੰਦਾ ਹੈ, ਉਹ ਲਾਜ਼ਮੀ ਅੱਛੀ ਪ੍ਰਵਾਜ਼ ਦੇਗਾ। ਬਿਲਕੁਲ ਇਹਦੇ 'ਚ ਠੀਕ। ਕੋਈ ਡਾਊਟ ਨਹੀਂ ਹੈ ਕਿ ਉਹ ਪ੍ਰਵਾਜ਼ ਨਹੀਂ ਦੇਗਾ। ਅੱਛਾ ਅਕਬਰ ਭਾਈ, ਇੱਕ ਚੀਜ਼ ਹੋਰ ਦੱਸੋ ਕਿ ਜੋੜਾ ਲਾਉਣ ਦੇ ਵਿੱਚ ਤੁਸੀਂ ਇੱਕ ਅੱਛਾ ਜੋੜਾ ਲਾਉਣ ਦੇ ਵਿੱਚ ਕਿਹੜੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋ? ਦੇਖੋ ਜੀ, ਅਸੀਂ ਤੇ ਜਿਸ ਦੌਰ 'ਚ ਅੱਜ ਵੀ ਉਸਤਾਦਾ ਕਰਾਮ ਦੱਸ ਰਹੇ ਹੁੰਦੇ ਨੇ ਕਿ ਦੇਖੋ ਦੋਨੋਂ ਚੀਜ਼ਾਂ ਜਿਹੜੀਆਂ ਨੇ ਨਾ, ਦੇਖੋ ਨਾ ਹੁਣ ਪੇਅਰਿੰਗ ਇੱਕ ਐਸਾ ਸ਼ੋਬਾ ਹੈ, ਸਾਡਾ ਸ਼ੋਬਾ ਹੀ ਬਰੀਡਿੰਗ ਦਾ, ਬਿਲਕੁਲ ਕਿ ਇਹਦੇ ਅੰਦਰ ਤੁਸੀਂ ਪਲੱਸ ਮਾਈਨਸ ਦਾ ਖਿਆਲ ਰੱਖਣਾ ਹੈ। ਸਹੀ, ਤੁਸੀਂ ਜਦੋਂ ਇੱਕ ਚੀਜ਼ ਨੂੰ ਸੇਮ ਕਰ ਦਿਓਗੇ, ਨੈਗੇਟਿਵ ਪੋਜ਼ਿਟਿਵ ਮਹਨ ਡਿਫਰੈਂਟ ਦੋ ਚੀਜ਼ਾਂ ਹੁੰਦੀਆਂ ਨੇ, ਦੋ ਲਾਈਨਾਂ ਨੇ, ਉਹ ਦੋਨਾਂ ਦਾ ਮਹਨ ਤੁਸੀਂ ਇਸ ਚੀਜ਼ ਦਾ ਖਿਆਲ ਸੇਮ ਨਹੀਂ ਹੋਣਾ ਚਾਹੀਦਾ। ਸੇਮ ਨਹੀਂ ਹੋਣਾ ਚਾਹੀਦਾ। ਜਦੋਂ ਸੇਮ ਹੋ ਜਾਏਗਾ ਤੇ ਉਹਦੀ ਸ਼ੇਪ ਖਰਾਬ ਹੋ ਜਾਏਗੀ, ਉਹਦੀ ਸ਼ਕਲ ਖਰਾਬ ਹੋ ਜਾਏਗੀ, ਉਹਦਾ ਸਟਰਕਚਰ ਖਰਾਬ ਹੋ ਜਾਏਗਾ, ਉਹਦਾ ਪਰ ਖਰਾਬ ਹੋ ਜਾਏਗਾ। ਤੇ ਇਸ ਲਈ ਤੁਸੀਂ ਮੇਲ ਔਰ ਫੀਮੇਲ ਦੇ ਵਿੱਚ ਹਰ ਚੀਜ਼ ਵਿੱਚ ਫਰਕ ਨਹੀਂ, ਥੋੜਾ ਨਹੀਂ, ਹਰ ਚੀਜ਼ 'ਚ ਫਰਕ ਰੱਖੋ ਔਰ ਵਾਜ਼ਿਆ ਫਰਕ ਮਤਲਬ ਰੱਖੋ। ਪਰ ਵਿੱਚ ਵੀ, ਜੋੜ ਵਿੱਚ ਵੀ, ਹੱਡੀ 'ਚ ਵੀ, ਦੁੱਧ 'ਚ ਵੀ। ਮਾਦਾ ਦੇਖੋ, ਅਸੀਂ ਜਦੋਂ ਸ਼ੌਕ ਸਿੱਖਿਆ ਨਾ, ਕਿ ਅਸੀਂ ਉਸ ਟਾਈਮ ਅਸੀਂ ਕਹਿਣਾ ਉਸਤਾਦ ਜੀ ਨਰ ਮਾਦਾ ਦਾ ਕਿਸ ਤਰ੍ਹਾਂ ਪਤਾ ਚੱਲਦਾ। ਬਿਲਕੁਲ। ਤੇ ਸਾਡੇ ਕਾਮਨ ਉਸਤਾਦ ਉਸ ਟਾਈਮ ਕਹਿੰਦੇ ਤੈਨੂੰ ਨੈਟ ਆ ਗਿਆ ਬੜੀ ਹੋਏ ਨਾ ਕਿ ਯਾਰ ਮਾਦਾ ਦੇ ਜੋੜ ਥੋੜ੍ਹੇ ਜਿਹੇ ਖੁੱਲ੍ਹੇ ਹੁੰਦੇ ਨੇ, ਨਰ ਦੇ ਬੰਦ ਹੁੰਦੇ ਨੇ। ਠੀਕ, ਸਾਨੂੰ ਇਹ ਪਛਾਣ ਦੱਸਦੇ ਹੁੰਦੇ ਸੀ। ਅੱਛਾ, ਫਿਰ ਦੂਸਰੀ ਪਛਾਣ ਦੱਸਦੇ ਸੀ ਕਿ ਯਾਰ ਮਾਦਾ ਜਿਹੜੀ ਹੋਏਗੀ ਨਾ, ਉਹਦਾ ਸਰ ਬਰੀਕ ਹੋਏਗਾ, ਨਰ ਦਾ ਸਰ ਮੋਟਾ ਹੋਏਗਾ। ਮਨੇ ਬੜੀਆਂ ਸਿੰਪਲ ਚੀਜ਼ਾਂ ਸਾਨੂੰ ਉਹ ਦੱਸਦੇ ਹੁੰਦੇ। ਅੱਛਾ, ਤੀਸਰੀ ਚੀਜ਼ ਕਿ ਜੀ ਮਾਦਾ ਦਾ ਵਜੂਦ ਛੋਟਾ ਹੋਏਗਾ, ਸਮਾਰਟ ਛੋਟੀ ਹੋਏਗੀ, ਨਰ ਦਾ ਵਜੂਦ ਵੱਡਾ ਹੋਏਗਾ। ਸਹੀ। ਇਹ ਮਤਲਬ ਇੱਕ ਸਾਡੇ ਦੌਰ ਦੀਆਂ, ਹੁਣ ਤੇ ਬੜੀ ਟੈਕਨੋਲੋਜੀ, ਬੜੇ ਡਿਫਰੈਂਟ ਬਿਲਕੁਲ ਜ਼ਾਹਿਰ ਹੀ ਗੱਲ ਹੈ, ਸੋਸ਼ਲ ਮੀਡੀਆ ਦਾ ਦੌਰ ਹੈ। ਉਹ ਚੀਜ਼ਾਂ ਵੀ ਬੜੀਆਂ ਦੇਖੋ ਸੋਲਿਡ, ਇਹ ਬੜੀਆਂ ਬੇਸਿਕ ਚੀਜ਼ਾਂ ਨੇ। ਤੇ ਇਸ ਲਈ ਜਦੋਂ ਵੀ ਜੋੜਾ ਲਗਾਓ, ਦੋਨਾਂ ਚੀਜ਼ਾਂ 'ਚ ਫਰਕ ਰੱਖੋ। ਔਰ ਇੱਕ ਚੀਜ਼ ਜਿਹੜੀ ਮੈਂ ਬੜੀ ਅੱਛੀ ਤੁਹਾਨੂੰ, ਮੇਰਾ ਆਪਣਾ ਇੱਕ ਜਿਹੜਾ ਐਕਸਪੀਰੀਅੰਸ ਹੈ ਕਿ ਇਸ ਚੀਜ਼ ਦੇ ਚੱਕਰ 'ਚ ਨਾ ਪਓ ਕਿ ਯਾਰ ਇੱਕ ਚੀਜ਼ ਅੱਛੀ ਹੈ, ਦੂਸਰੀ ਥੋੜ੍ਹੀ ਨਹੀਂ ਅੱਛੀ, ਤੇ ਅਸੀਂ ਲਗਾ ਕੇ ਇਹਨੂੰ ਅੱਛੀ ਕਰ ਲਾਂਗੇ। ਨਹੀਂ ਹੋਏਗੀ, ਸੋਭਾ ਵਾਲੀ ਪੈਦਾ ਨਹੀਂ ਹੋਏਗਾ। ਖਰਾਬੀ ਜਿਹੜੀ ਹੈ ਉਹ ਤੁਹਾਡੀ ਉਸ ਨਸਲ 'ਚ ਐਂਡ ਤੱਕ ਜਾਏਗੀ, ਉਹਨੂੰ ਤੁਸੀਂ ਮੈਨੇਜ ਕਰ ਹੀ ਨਹੀਂ ਸਕਦੇ। ਮਤਲਬ ਇੱਕ ਨਰ ਦੇ ਵਿੱਚ ਇੱਕ ਮਾਦੀ 'ਚ ਕੋਈ ਫਾਲਟ ਉਹ ਫਾਲਟ ਤੁਸੀਂ ਕਲੀਅਰ ਨਹੀਂ ਕਰੋਗੇ। ਕੁਦਰਤੀ ਤੌਰ 'ਤੇ ਕਿਧਰੇ ਕੋਈ ਉਹਦੇ 'ਚ ਬੈਲੈਂਸ ਹੋ ਜਾਏ, ਅੱਲਾਹ ਤਾਲਾ ਦੀ ਜ਼ਾਤ ਤੇ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਨਾ। ਬਿਲਕੁਲ ਬੇਸਿਕ ਰੱਬ ਨੇ ਉਹਦੇ 'ਚ ਬਿਹਤਰੀ ਕਰਨੀ ਹੈ, ਇਨਸਾਨ ਦੀ ਇੱਕ ਅੱਛੀ ਕੋਸ਼ਿਸ਼ ਕਰ ਸਕਦਾ ਹੈ। ਤੇ ਮੈਂ ਇਹ ਸਮਝਾਂਗਾ ਕਿ ਤੁਸੀਂ ਇਸ ਚੱਕਰ 'ਚ ਕੋਸ਼ਿਸ਼ ਕਰੋ, ਅਗਰ ਅੱਛੀ ਚੀਜ਼ ਬਣਾਉਣੀ ਹੈ ਤੇ ਦੋਨੋਂ ਚੀਜ਼ਾਂ ਹੀ ਅੱਛੀਆਂ ਹੋਣੀਆਂ ਚਾਹੀਦੀਆਂ। ਕਿਉਂ ਕੰਪਰੋਮਾਈਜ਼ ਕਰਦੇ ਹੋ? ਮਨ ਅਸੀਂ ਆਪਣੀ ਜ਼ਾਤ ਲਈ ਅਗਰ ਕੋਈ ਚੀਜ਼ ਲੈਂਦੇ ਹਾਂ ਤੇ ਅਸੀਂ ਕੰਪਰੋਮਾਈਜ਼ ਕਰਦੇ ਹਾਂ ਕਿ ਯਾਰ ਅਸੀਂ ਚਲੋ ਥੋੜੀ ਕੁਆਲਿਟੀ ਘੱਟ ਹੈ ਯਾਰ, ਨਹੀਂ। ਤੁਸੀਂ ਅਗਰ ਕੰਮ ਕਰ ਰਹੇ ਹੋ, ਕੋਸ਼ਿਸ਼ ਕਰੋ ਉਹਨੂੰ ਅੱਛੀ ਕੁਆਲਿਟੀ 'ਚ ਕਰੋ, ਅੱਛੀ ਚੀਜ਼ ਲਵੋ, ਅੱਛਾ ਪੇਅਰ ਬਣਾਓ ਤਾਂ कि ਤੁਹਾਡਾ टाइम ना ज़ाया हो। बिल्कुल सही हो गया। लेकिन दोस्तों, ये जो अकबर भाई ने बातें बताई हैं ना, ये बड़ी अवेयरनेस जो उनसे है ना, लोग जितने नए व्यूवर्स हैं, ये इनकी मोहब्बत का शुक्रिया है। इन्होंने ना मतलब कि हमें टाइम दिया और वीडियो जो उनसे है। अच्छा, एक सलमान भाई, मैं आपको ना एक सॉरी आपकी बात होगी, एक छोटा सा मैसेज और देता हूँ। कोशिश करें अच्छे परिंदे की तलाश में रहें। सही। इस तलाश में ना रहें कि ये परिंदा कैसा है, किसका है, किस नंबर का है, किसके घर का है, किस ब्रांड का है। बिल्कुल सही। परिंदा अच्छा हो, चाहे वो कोई भी हो, किसी भी कलर में हो, इसमें क्वालिटी आपकी जो रिक्वायरमेंट है, उड़ाने की क्वालिटी है, वो उसमें पूरी होनी चाहिए। रिज़ल्ट आपको उसका मिलना चाहिए। चाहे वो देखें, बाकी जो उस्तादा कराम जिन्होंने ब्रीड्स बनाई हैं, जिनके आज भी नाम है,
उनकी रिस्पेक्ट करें, उनके परिंदों की रिस्पेक्ट करें। बिल्कुल अगर वो परिंदा आप ख़रीद के लाए हैं तो उनके नाम से देखें। आप मैं आपको यहाँ पे ना एक छोटी सी मिसाल देता हूँ। अक्सर लोग कहते हैं फ़लाँ वाला फ़लाँ वाला फ़लाँ। देखें उन्होंने मेहनतें की हैं। एक बंदा मेहनत करता है, वो एक चीज़ को इंट्रोड्यूस करवाता है, तो ये उसका हक है कि उसको क्रेडिट जाना चाहिए। बिल्कुल हम कोई भी चीज़ खरीदते हैं, मतलब बाइक है 70 है, सही, हम ख़रीद के लाए हैं, पैसे हमारे हैं, हमने उसको ख़रीद लिया। वो मोटरसाइकिल हमारी है, बिल्कुल गाड़ी है वो हमने ख़रीदी, वो हमारी है। लेकिन जिस कंपनी ने बनाई है ना, उस मार्कअप को आप नहीं हटा सकते। बिल्कुल ऐसे ही। अगर आप चाहते हैं कि मैं अपनी चीज़ होनी चाहिए, तो फिर वो गाड़ी आप अपनी बनाएं, उसके बिल्कुल ऊपर सही। अपना मार्कअप लगाएं, वो गाड़ी आपके नाम से चलेगी। अगर आप उसके लोगो उतार भी देते हैं उसके ऊपर से, तो वो गाड़ी जो है ना उसकी शेप बताएगी कि मैं फ़लाँ कंपनी की हूँ। बिल्कुल ऐसे ही। इसी तरह परिंदे जो है ना, जिन उस्तादों ने इनको बनाया है, जिन्होंने इनको इंट्रोड्यूस करवाया है, उनको क्रेडिट जाता है, उनकी इज़्ज़त है, उन्होंने इन पर मेहनत की है। वो जिनके भी परिंदे हैं बिल्कुल उनको ऐसे वो ही। रिस्पेक्ट, हाँ आप ख़रीद के लाए हैं वो आपका है। आपका मेरे पास आप आए हैं, मैं हमेशा ये कहता हूँ जी मैं आपको एक अच्छे परिंदे का शौक़ करवाता हूँ। बिल्कुल ठीक है। बिल्कुल, अगर यही मेरा शौक दिल का चाहता अवसर है कि मैं कहूँ ये जी चोई साहब का है, ये मियाँ साहब का है, तो उसमें कोई बुराई नहीं है। उन्होंने मेहनतें की हैं यार, उन्होंने उन परिंदों को इंट्रोड्यूस करवाया। बिल्कुल ऐसे ही। अब जो जिसने मेहनत की होती है उसको उसका क्रेडिट देना चाहिए। बिल्कुल सही। तो ये मेरा मैसेज है कि अच्छे परिंदे की तलाश में रहें, बजाय इसके कि इन चक्रों में पड़ें। परिंदे का रिजल्ट जब आपका काम बोलेगा ना, तो फिर आपको कोई किसी तारुफ की ज़रूरत नहीं रहती है, आपका काम बोलना चाहिए। अच्छा अकबर भाई, बातों में ना एक सवाल ज़हन में आ गया। अक्सर सोशल मीडिया पे भी मैं देखता हूँ जी जी। कि ना कहते हैं कि ना इलाके के हिसाब से कबूतर बनाना पड़ता है। इस बात में कितनी सलमान भाई, सदाकत है? मैं तो जो मेरा मतलब एक्सपीरियंस है ना, मैं अपना एक्सपीरियंस शेयर करूँगा, मैं किसी की बात नहीं करता हूँ। देखें हम जब मेरा जो उड़ाने का तरीका है ना, देखें एक चीज़ है वो, अब देखें ना कि अगर इधर काम कर रही कहीं और काम नहीं कर रही, तो उसका क्या फ़ायदा है? बिल्कुल वो तो फिर बेकार है ना। आप देखें ना हमारे ये फड़द के कबूतर बिल्कुल लाहौर में उड़ते हैं, ज़ाया होते हैं, पता नहीं किन किन शहरों में जाके उड़ रहे होते हैं, बिल्कुल वहाँ कैसे उड़ते हैं फिर ये। तो मैं इस चीज़ को नहीं मानता। जो अच्छा परिंदा है, जिसकी अच्छी ट्रेनिंग है, जिसको हर मौसम दिखाया गया है, जिसकी ट्रेनिंग बेहतरीन है, वो कहीं पे भी जाके काम करेगा। काम करें। ये तो फिर वही बात होगी ना। एक छोटी सी मिसाल देता हूँ कि चोई साहब ने एक बेटे को पढ़ाया, तो उसने पूरे पिंड में ना ऐलान करवा दिया कि जी मेरा बेटा पढ़ गया, तो लिहाजा किसी को अगर कोई पढ़वाना हो तो वो मेरे पास आए, मेरा बच्चा पढ़ गया। बिल्कुल सही। तो वो उन्होंने बड़े खुश हुए कि चलो यार ये बच्चा, वो एक बंदा गया कहता है ये मेरे बच्चे का ना बाहर से लेटर आया, पढ़वा दें। तो बेटे को बुलाया कि यार ये पढ़ो, तो वो देखने लग गया, कहता यार पढ़ क्यों नहीं रहे, पढ़ो। कहता भाई मुझे तो वही खत पढ़ना आता है जो मैंने किताब में पढ़ा था, एक मजमून था ना, ये एक खत है, बिल्कुल, और कोई खत नहीं मुझे पढ़ना। तो बात है ना, बस जो परिंदा उड़ने वाला है ना, वो हाँ ये है कि मौसम से थोड़ा बहुत उस परिंदे की उसमें प्रॉब्लम आ जाए, परवाज़ में कमी आ जाए, या लेकिन वो उड़ेगा। ये नहीं कह सकते कि जी वहाँ जाके ये उड़ेगा नहीं, उड़ेगा। वो अच्छा उड़ने वाला परिंदा है, क्योंकि वहाँ थोड़ा सा वो अपने टाइम को कम कर ले, थोड़ा ज़्यादा कर ले, या थोड़ी परवाज़ में कोई मसला हो जाए उसकी वहाँ के मौसम के हिसाब से, लेकिन रिजल्ट वो देगा, इंशाल्लाह देगा। क्योंकि ये सवाल मैंने इसलिए किया कि माशाल्लाह आप पुराने तजर्बाकार खिलाड़ी हैं, बड़े अच्छे उस्ताद भी। फिर देखें ना, अगर वो रिजल्ट नहीं देता तो फिर ये परिंदे जो शफलिंग होते हैं इतने इतने शहरों के, किस किस शहर में चले जाते हैं। बिल्कुल, अक्सर ये डिबेट वो मान ये नहीं है कि एक ख़रीद के जाके उसको अपने हिसाब से मैनेज करके परिंदे को उड़ाना, वो एक अलग शौक है। एक उड़ाया परिंदा जो यहाँ से ख़रीद के कोई पेशावर जा रहा है, कोई जेलम जा रहा है, कोई कहीं जा रहा है, वो उड़ रहे हैं लोग। अगर ना उड़ते तो वो ना क्यों लेके जाते हो? नहीं, ये सवाल मैंने इसलिए किया कि अक्सर डिबेट होती रहती है कि भाई आप लाहौर वाले सियालकोट छत बनाएं, आके सियालकोट वाले लाहौर बनाएं, वो इस तरह की, इसलिए मैं पूछ रहा हूं कि ये कहते हैं देखिए हमने इस शोबे में, हमें इस बहस में नहीं जाना चाहिए। वो एक उनकी अपनी एक बहस है, हम उसमें कोई भी टॉपिक पे नहीं जाएंगे। परिंदे की बात हो रही है, तो परिंदा जो अच्छा उड़ने वाला है ना, वो मतलब आपका कहना है कि वो हर जगह ही उड़ेगा। हाँ, उसमें ये होता है कि मौसम के हिसाब से वो कोई थोड़ी बहुत परवाज़ में कमी दे दे, लेकिन वो उड़ेगा जरूर।
लेकिन दोस्तों बाकी जो उनसी गुफ्तगू है ना वो पार्ट 2 में ना शौक के साथ होगी, ठीक है। मैं अकबर भाई से रिक्वेस्ट करूँगा कि ना थोड़े से ना अच्छे और 2-4 परिंदे जो उनसे है ना वो अकबर भैया आप ना 2-4 अपने जी जी मतलब ज़रूर ज़रूर। जो हमारे पास हमारी ब्रीड, मेरी ब्रीड हाँ। असल में मेरे पुराने परिंदे हैं, मैं जो 82 से लेके चल रहा हूँ उसी अच्छा ब्रीड कुछ वही साहब वाले भी कबूतर आप आए हुए हैं उनकी तरफ से आप? देखिए मैंने ना परिंदा कोई भी किसी के पास जाता है ना, ठीक है। ब्लड लाइन 2 ही हैं, वही हैं, मान लाल आंख के और कोई साहब वाले। टैडी। लेकिन उनको जब मैनेज आप करते हैं ना तो उनकी शेप, उनकी शक्ल, उनके कलर में आप हो सकता है अपनी मर्ज़ी से उनको मैनेज कर लें। अब बात है हम आपको अच्छे परिंदों का शौक़ करवाते हैं, हम ये नहीं कहते कि जी ये फ़लाँ नंबर है या ये फ़लाँ है, परिंदे उन्हीं के ही हैं। अल्लाह ताला उनको मियाँ साहब को जन्नतुल फिरदौस में आला मकाम दे, चोई साहब को सेहत तंदुरुस्ती दे, अच्छे उस्ताद अच्छे प्लेयर और उन्हीं के अच्छे परिंदे हम उनको लेके चल रहे हैं, वही ब्लड लाइन्स हैं। तो बाकी अगर उनमें कोई वो चीज़ किसी दोस्त को नहीं महसूस होती तो उसका नहीं हमारे पास कि ये वो नहीं है, वो ऐसा है। हम आपको अच्छे परिंदे का शौक़ करवाएंगे, हम इस बहस में नहीं जाएंगे कि ये वही वाला है, ये वो है या नहीं है, इसमें नहीं हम जाएंगे। नहीं ठीक हो गया। तो अच्छे परिंदे का आपको शौक़ करवाएंगे इंशाल्लाह और मज़ा आएगा इंशाल्लाह। आपको अकबर भाई के पास बहुत अच्छे परिंदे हैं, आपको इंशाल्लाह मज़ा आएगा। चलते हैं दोस्तों वीडियो की तरफ चलते हैं और शौक की तरफ जो उनसे ना ये वीडियो जो उनसे ना मैं पार्ट 2 में अपलोड करूँगा, ठीक है। ले चलते हैं शौक की तरफ। लें दोस्तों ये इसका आई क्लोजअप है। अकबर भैया ਤੁਹਾਡੀ ਕਿਹੜੀ ਬਰੀਡ ਹੈਗੀ ਹੈ? ਇਹ ਸਲਮਾਨ ਵੀ ਮੇਰੇ ਬੜੇ ਪੁਰਾਣੇ ਪਰਿੰਦੇ ਨੇ, ਬੇਸਿਕ ਗਰਮ ਅੱਖੇ ਮੈਂ ਇਹਨਾਂ ਨੂੰ ਕਹਿੰਦਾ। ਗਰਮ ਅੱਖੇ? ਹਾਂ ਗਰਮ ਅੱਖੇ ਮਹਨ ਰੈਡ ਆਈਜ਼ ਪਰਿੰਦੇ ਨੇ ਔਰ ਮੇਰੀ ਇਹ ਬੜੀ ਕਹਿ ਲਓ ਕਿ ਮੇਰੀ ਜਿੰਨੀ ਬਰੀਡਸ ਨੇ ਨਾ ਮੇਰੀਆਂ ਉਹੀ ਪੁਰਾਣੀ ਬਰੀਡਸ ਹੀ ਚੱਲ ਰਹੀਆਂ ਨੇ। ਬੇਸਿਕਲੀ ਤੇ ਇਹ ਖਮੱਗਰ ਕਬੂਤਰ ਨੇ। ਖਮੱਗਰ ਕਬੂਤਰ? ਹਾਂਜੀ माशाल्लाह दोस्तों बहुत अच्छा परिंदा है, बहुत अच्छा परिंदा है। कितनी देर हो गई अकबर भैया ब्रीड ਨੂੰ ਤੁਹਾਡੇ ਕੋਲ? ਇਹ ਮੇਰੇ ਕੋਲ ਤਕਰੀਬਨ ਕਹਿ ਲਓ ਕਿ 92 ਤੋਂ ਹੀ ਚਲਦੀਆਂ ਆ ਰਹੀਆਂ ਨੇ। ये जी माशाल्लाह इसका क्या बात है जी, बहुत अच्छा। लें दोस्तों ये पर का स्क्रीनशॉट ले लें, ये टेल है इसकी। अकबर भाई पर ज़रा दोबारा खोलना जी। ये जी पर का स्क्रीनशॉट ले लें, क्या बात है जी माशाल्लाह। अकबर भाई रिजल्ट की ने ਇਹਨਾਂ ਦੇ ਤੁਹਾਡੇ ਕੋਲ? ਰਿਜ਼ਲਟ ਦੇਖੋ ਜੀ ਬਹੁਤ ਰਿਜ਼ਲਟਡ ਨੇ ਤੇ ਇਹਨਾਂ ਨੂੰ ਰੱਖਿਆ, ਅਗਰ ਰਿਜ਼ਲਟ ਨਾ ਹੋਣ ਤੇ ਫਿਰ ਇਹਨਾਂ ਨੂੰ ਰੱਖਣ ਦਾ ਫਾਇਦਾ ਨਹੀਂ। ਅੱਛਾ ਅਕबर ਬਹੁਤ ਅੱਛੇ ਰਿਜ਼ਲਟ ਨੇ ਮਾਸ਼ਾਅੱਲਾ। ਇੱਕ ਚੀਜ਼ ਉਹ ਤੁਸੀਂ ਹੋਰ ਦੱਸੋ ਜ਼ਰਾ ਕਿ ਅਗਰ ਤੁਸੀਂ ਇੱਕ ਜੋੜਾ ਲਗਾਉਂਦੇ ਹੋ ਜੀ ਜੀ ਤੇ ਉਹਦੇ 2 ਬੱਚੇ ਨਿਕਲਦੇ ਨੇ, ਕੀ ਵੇਖ ਕੇ ਬੱਚਾ ਤੁਸੀਂ ਜੋੜੇ ਪਾਉਂਦੇ ਹੋ ਇੱਕ? ਅਸਲ 'ਚ ਨਾ ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਉਹ ਬੱਚੇ ਦੀ ਨਾ ਕੁਆਲਿਟੀ ਦੱਸ ਦਿੰਦੀ ਹੈ। ਮਤਲਬ ਬੱਚੇ ਦੀ ਦੇਖੋ ਇਹ ਅਕਸਰ ਕਹਿੰਦੇ ਨੇ ਜੋੜਾ ਲਗਾਓ ਤੇ ਉਹ ਬੱਚੇ ਮਾਂ-ਬਾਪ ਤੋਂ ਅੱਛੇ ਨਿਕਲਣ। ਉਹ ਜਦੋਂ ਤੁਸੀਂ ਮਾਂ-ਬਾਪ ਨੂੰ ਦੇਖਦੇ ਹੋ, ਬੱਚਿਆਂ ਨੂੰ ਦੇਖਦੇ ਹੋ ਤੇ ਬੱਚੇ ਅੱਛੇ ਤੁਹਾਨੂੰ ਫੀਲ ਹੁੰਦੇ ਨੇ। ਫੀਲਿੰਗ ਹੈ ਉਹ ਖੁਦ ਹੀ ਤੁਹਾਨੂੰ ਅਟਰੈਕਟ ਕੋਈ ਵੀ ਅੱਛੀ ਚੀਜ਼ ਹੈ ਨਾ ਉਹ ਤੁਹਾਨੂੰ ਖੁਦ ਆਪਣੀ ਤਰਫ ਮੁਤਾਸਰ ਕਰੇਗੀ ਕਿ ਮੇਰੇ 'ਚ ਕੁਆਲਿਟੀ ਹੈ। ਬਿਲਕੁਲ ਦੇਖੋ ਨਾ ਹੁਣ ਇਹ ਮਹਨ ਕੁਰਬਾਨੀ ਈਦ ਗੁਜ਼ਰੀ ਹੈ, ਈਦ ਤੇ ਮਹਨ ਬੜੇ ਬੜੇ ਖੂਬਸੂਰਤ ਜਾਨਵਰ, ਉਹ ਕੀ ਵਜ੍ਹਾ ਹੈ ਕਿ ਉਹ ਜਾਨਵਰ ਖੁਦ ਦੱਸ ਰਿਹਾ ਹੁੰਦਾ ਹੈ ਕਿ ਮੇਰੇ ਅੰਦਰ ਕੁਆਲਿਟੀ ਹੈ। ਉਹਨੂੰ ਇਹ ਨਹੀਂ ਹੁੰਦਾ, ਹੁਣ ਉਹਦੇ 'ਚ ਕੁਛ ਹਲਕੀ ਕੁਆਲਿਟੀ ਦੇ ਵੀ ਹੁੰਦੇ ਨੇ, ਕੁਛ ਨੋਰਮਲ ਵੀ ਹੁੰਦੇ ਨੇ। ਅਤੇ ਇਹ ਵੀ ਸ਼ੌਕ ਇਸ ਤਰ੍ਹਾਂ ਹੈ ਕਿ ਜਿਹੜੀ ਚੀਜ਼ ਅੱਛੀ ਹੁੰਦੀ ਹੈ, ਬੱਚੇ ਜਦੋਂ 2 ਪਲਦੇ ਨੇ ਨਾ, ਉਹ ਜਿਹੜਾ ਅੱਛਾ ਬੱਚਾ ਹੁੰਦਾ ਖੁਦ ਅਪੀਲ ਕਰ ਰਿਹਾ ਹੁੰਦਾ, ਉਹਦੀ ਫੀਲਿੰਗ ਤੁਸੀਂ ਇਹ ਸੈਂਸ ਤੁਹਾਡੇ 'ਚ ਹੋਣੀ ਚਾਹੀਦੀ, ਤੁਹਾਡੇ 'ਚ ਉਹਨੂੰ ਦੇਖਣ ਦੀ ਜਾਂ ਉਹਨੂੰ ਸਮਝਣ ਦੀ ਕੁਆਲਿਟੀ ਤੁਹਾਡੇ 'ਚ। ਜਿਸ ਬੰਦੇ ਨੂੰ ਇਸ ਚੀਜ਼ ਦੀ ਸੈਂਸ ਨਹੀਂ ਹੈ ਉਹ ਉਹਨੂੰ ਨਹੀਂ ਪਿਕ ਕਰ ਸਕੇਗਾ। ਪਿਕ ਉਹੀ ਕਰੇਗਾ ਜਿਹਦਾ ਐਕਸਪੀਰੀਅੰਸ, ਜਿਹਦਾ ਤਜਰਬਾ ਹੋਏਗਾ ਕਿ ਯਾਰ ਅੱਛੀ ਚੀਜ਼ ਕਿਸ ਤਰ੍ਹਾਂ ਦੀ। ਫਿਰ ਗੱਲ ਉੱਥੇ ਹੀ ਆ ਜਾਏਗੀ ਜਿਹੜੀ ਮੈਂ ਤੁਹਾਨੂੰ ਸਟਾਰਟਿੰਗ ਕਹੀ ਸੀ ਕਿ ਜਦੋਂ ਤੱਕ ਤੁਸੀਂ ਅੱਛੀ ਚੀਜ਼ ਦੇਖੋਗੇ ਨਹੀਂ, ਉਹਨੂੰ ਖੁਦ ਹੱਥ 'ਚ ਨਹੀਂ ਫੜੋਗੇ, ਉਹਦੀ ਕੁਆਲਿਟੀਜ਼ ਨੂੰ ਸਮਝੋਗੇ ਨਹੀਂ, ਤੁਹਾਨੂੰ ਫੀਲ ਨਹੀਂ ਹੋਏਗਾ ਕਿ ਅੱਛੀ ਚੀਜ਼ ਕਿਸ ਤਰ੍ਹਾਂ ਦੀ ਹੁੰਦੀ। ਨਹੀਂ ਉਹ ਤੁਹਾਡੀ ਗੱਲ ਠੀਕ ਹੈ, ਬਹੁਤ ਅੱਛੀ ਮਾਸ਼ਾਅੱਲਾ ਗੱਲ ਕੀਤੀ ਹੈ ਤੁਸੀਂ। ਮਤਲਬ ਮੇਰਾ ਕਹਿਣ ਦਾ ਮਕਸਦ ਇਹ ਹੈਗਾ ਸੀ ਕਿ ਅਗਰ 2 ਬੱਚੇ ਪਲੇ ਨੇ, ਜੀ ਜੀ ਠੀਕ ਹੈ ਜੀ ਜੀ, ਅਕਸਰ ਲੋਕ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਕਿ ਤੀਸਰੀ ਝੋਲੀ, ਦੂਸਰੀ ਝੋਲੀ, ਚੌਥੀ ਝੋਲੀ 'ਚ ਜੋੜਾ ਬੱਚੇ ਜ਼ਿਆਦਾ ਅੱਛੇ ਕੱਢਦਾ, ਉਹ ਰੋਕ ਲਓ, ਇਸ ਤਰ੍ਹਾਂ ਹੈ।
ਦੇਖੋ ਗੱਲ ਪਤਾ ਕੀ ਹੈ, ਉਹ ਬੱਚੇ ਫਸਟ ਝੋਲੀ ਦੇ ਅੱਛੇ ਹੁੰਦੇ ਨੇ। ਸਹੀ, ਫਸਟ ਜਿਹੜੀ ਤੁਹਾਡੀ breed ਮਤਲਬ ਹੁੰਦੀ ਆ, ਜੋੜਾ ਲਗਾਇਆ ਇੱਕ ਉਹ ਨਵਾਂ ਅੱਛੇ ਪਹਿਲੀ ਨੇ। ਝੋਲੀ ਦੇ। ਦੂਸਰੀ ਦੇ ਵੀ ਅੱਛੇ ਹੁੰਦੇ ਨੇ, ਇਹ ਨਹੀਂ ਕਿ ਉਹ ਨਹੀਂ ਅੱਛੇ ਹੁੰਦੇ। ਇੱਕ ਅੱਛਾ ਜੋੜਾ ਲੱਗਿਆ ਤੇ ਬੱਚੇ ਅੱਛੇ ਹੀ ਅੱਛੇ ਹੋਣਗੇ, ਲੇਕਿਨ ਕੁਆਲਿਟੀ ਵਾਈਜ਼ ਉਹਨਾਂ ਦੇ ਜੀਨਸ, ਉਹਨਾਂ ਦੀ ਜਿਹੜੀ ਇੱਕ ਫਸਟ ਪੇਅਰਿੰਗ ਹੁੰਦੀ। ਦੇਖੋ ਮੈਂ ਇਹਦੇ 'ਚ ਹੁਣ ਇਹ ਲੈਂਥੀ ਇੱਕ ਗੱਲ ਟੌਪਿਕ ਹੋਰ ਚਲਾ ਜਾਏਗਾ, ਲੇਕਿਨ ਸੈਕਿੰਡ ਝੋਲ ਤੁਸੀਂ ਉਡਾ ਲਓ, ਫਸਟ ਰੋਕ ਲਓ, ਸਹੀ ਥਰਡ ਫਿਰ ਰੋਕ ਲਓ, ਫੋਰਥ ਫਿਰ ਉਡਾ ਲਓ। ਸਹੀ ਕੁਆਲਿਟੀ ਥੋੜਾ ਬਹੁਤ ਉਹਨਾਂ ਦੀ, ਲੇਕਿਨ ਮੈਂ 4 ਝੋਲਾ ਲੈਣਾ ਜਾਂ 6 ਝੋਲਾ, ਇਸ ਤੋਂ ਜ਼ਿਆਦਾ ਸਹੀ। ਮੈਂ ਪੇਅਰ ਸਾਲ ਦੇ ਵਿੱਚ ਵੈਸੇ ਇੱਕ ਪੇਅਰ ਕੋਲੋਂ ਕਿੰਨੀ ਦਫਾ ਬਰੀਡ ਲੈਣੀ ਚਾਹੀਦੀ? ਅਗਰ ਤੁਹਾਡੇ ਕੋਲ ਦੇਖੋ ਇੱਕ ਨਸਲ ਦਾ ਇੱਕ ਪੇਅਰ ਹੈ ਠੀਕ ਹੋ ਤੇ ਗਿਆ। ਫਿਰ ਤੁਸੀਂ ਉਹਦੇ 4 ਬੱਚੇ ਲੈ ਲਓ। ਅਗਰ ਤੁਹਾਡੇ ਕੋਲ ਇੱਕ ਨਸਲ ਦੇ 4 ਪੇਅਰ ਨੇ ਤੇ ਫਿਰ ਵੀ ਤੁਹਾਡੀ ਉਹ ਪੇਅਰਿੰਗ ਕੁਆਲਿਟੀ ਕੁਆਂਟੀਟੀ ਵੀ ਵੱਧ ਜਾਏਗੀ। ਠੀਕ ਹੋ ਤੇ ਗਿਆ। ਇੰਨੀ ਕੀ ਲੈਣੀ ਚਾਹੀਦੀ ਹੈ। ਇਸ ਮਹਨ ਇਹਨਾਂ ਦੀ ਬਰੀਡਿੰਗ ਦਾ ਇੱਕ ਸੀਜ਼ਨ ਹੁੰਦਾ ਹੈ। ਠੀਕ ਮੇਰਾ ਹੋ ਤੇ ਗਿਆ। ਇਹ ਅਸੂਲ ਹੈ ਕਿ ਉਸ ਸੀਜ਼ਨ ਦੇ ਵਿੱਚ ਹੀ ਬਰੀਡਿੰਗ ਕਰਵਾਈ ਦੀ ਹੈ। ਠੀਕ ਹੋ ਗਿਆ। ਓਵਰਆਲ ਕੰਟੀਨਿਊ ਨਹੀਂ ਬਰੀਡ ਕਰਵਾਈ ਦੀ ਕਿ ਜੀ ਇਹ ਹੁਣ ਪੇਅਰ ਲਗਾ ਦਿੱਤਾ ਤੇ ਬਸ ਇਹਨੂੰ ਲੱਗਾ ਰਹਿਣ ਦਿਓ, ਐਸਾ ਕੋਈ ਨਹੀਂ ਹੈ। ਠੀਕ ਹੋ ਗਿਆ। ਬਿਹਤਰ ਇਹੀ ਹੋਏਗਾ, ਤੁਹਾਡੇ ਪਰਿੰਦੇ ਵੀ ਸੇਫ ਰਹਿਣਗੇ ਕਿ ਜੋ ਬਰੀਡਿੰਗ ਸੀਜ਼ਨ ਹੈ ਉਹਦੇ 'ਚ ਬਰੀਡ ਕਰਵਾਓ, ਰੈਸਟ ਦਿਓ। ਉਹ ਤੁਹਾਡੇ ਲਈ ਵੀ ਅੱਛਾ ਹੈ, ਪਰਿੰਦੇ ਲਈ ਵੀ ਅੱਛਾ, ਉਹਦੀ ਸਿਹਤ ਲਈ ਵੀ ਅੱਛਾ ਹੈ। ਅੱਛਾ, ਅਕਸਰ ਇਸ ਤਰ੍ਹਾਂ ਮੈਂ ਦੇਖਿਆ, ਯਕੀਨ ਮੰਨੋ ਕਿ ਇੱਕ ਅੱਛਾ ਪੇਅਰ ਲੱਗ ਗਿਆ, ਜੀ, ਜਿਸ ਜੀ। ਤਰ੍ਹਾਂ ਤੁਸੀਂ ਫਸਟ ਆਫ ਆਲ ਮੇਰੇ ਤੇ ਹੀ ਗੱਲ ਕਰ ਲਓ, ਜੀ। ਕਿਸੇ ਤੇ ਕਿਉਂ ਕਰਨੀ ਹੈ। ਜੀ ਜੀ ਮੇਰੇ ਕੋਲ ਇੱਕ ਅੱਛਾ ਜੋੜਾ ਲੱਗ ਗਿਆ, ਜੀ ਜੀ। ਮੈਂ ਰੜਾ ਕੱਢਤਾ ਮਾਦੀ ਦਾ, ਝੋਲੀਆਂ ਫੇਰ ਕੇ ਕੀ ਇੰਜ ਹੋਣਾ ਚਾਹੀਦਾ? ਨਹੀਂ ਜ਼ਿਆਦਤੀ ਹੈ। ਦੇਖੋ ਕੋਈ ਵੀ ਇਨਸਾਨ ਹੈ ਨਾ, ਕੋਈ ਵੀ ਚੀਜ਼ ਹੈ, ਕੋਈ ਵੀ ਤੁਹਾਡਾ ਸ਼ੌਕ ਹੈ, ਜਾਂ ਦੇਖੋ ਤੁਸੀਂ ਕੰਮ ਕਰਦੇ ਹੋ, ਆਫਿਸ ਜਾਂਦੇ ਹੋ ਜਾਂ ਕੋਈ ਵਰਕ ਕਰਦੇ ਹੋ, ਤੁਸੀਂ ਇੱਕ ਲਿਮਟ ਤੱਕ ਆਪਣੀ ਉਸ ਪਾਵਰ ਨੂੰ ਯੂਜ਼ ਕਰੋਗੇ ਨਾ, ਉਸ ਤੋਂ ਬਾਅਦ ਤੁਸੀਂ ਥੱਕ ਜਾਓਗੇ ਤੇ ਦੇਖੋ ਯਾਰ ਮੈਨੂੰ ਰੈਸਟ ਮਿਲਣੀ ਚਾਹੀਦੀ। ਬਿਲਕੁਲ ਹਾਂਜੀ। ਇਸੇ ਤਰ੍ਹਾਂ ਵੀ ਪਰਿੰਦੇ ਨੇ, ਪਰਿੰਦੇ ਤੁਹਾਨੂੰ ਨੇ। ਸ਼ੌਰ ਹੈ ਉਹ ਤੇ ਉਹਨਾਂ ਨੇ ਨਹੀਂ ਕਹਿਣਾ ਕਿ ਸਾਨੂੰ ਅਲੱਗਾ ਕਰ ਦਿਓ। ਅਲੱਗਾ ਕਰ ਇਹ ਦਿਓ। ਤੁਹਾਡਾ ਸ਼ੌਰ ਹੈ, ਤੁਸੀਂ ਆਪਣੇ ਉਸ ਚੀਜ਼ ਨੂੰ ਸੇਵ ਕਰਨਾ ਹੈ। ਬਿਲਕੁਲ ਬਹੁਤ ਸਹੀ। ਸਾਰੇ ਦੋਸਤ ਐਸੇ ਹੈ ਨੇ, ਬਹਰਾਲ ਉਹਨਾਂ ਦਾ ਇੱਕ ਆਪਣਾ ਲੇਕਿਨ ਮੈਂ ਇਸ ਚੀਜ਼ ਨੂੰ ਨਹੀਂ ਅੱਛਾ ਸਮਝਦਾ, ਨਹੀਂ ਪਰਿੰਦਾ ਜ਼ਾਇਆ ਹੋ ਸਮਝਦਾ। ਜਾਂਦਾ। ਠੀਕ ਹੋ ਗਿਆ। ਮਾਦੀਆਂ ਵੀ ਮਤਲਬ ਅੰਡਿਆਂ ਤੋਂ ਰਹਿ ਸਕਦੀਆਂ? ਅੰਡਿਆਂ ਤੋਂ ਚਲੋ ਉਹ ਵੀ ਸਹੀ ਜਿਹੜੀ ਗੱਲ ਕਮਜ਼ੋਰ ਹੋ ਜਾਏਗੀ ਮਾਦੀ ਅੰਡੇ, ਫਿਰ ਉਹ ਛੋਟੇ ਦਾਣੇ, ਉਹਨੂੰ ਪੂਰੀ ਖੁਰਾਕ ਨਹੀਂ ਮਿਲ ਰਹੀ, ਪਰ ਬੜੇ ਮਸਾਇਲ ਆਉਂਦੇ ਨੇ। ਬਿਲਕੁਲ ਕੋਸ਼ਿਸ਼ ਠੀਕ ਇਹੀ ਕਰੋ ਕਿ ਇੱਕ ਅੱਛੇ ਪੇਅਰ ਦੇ 4-6 ਬੱਚੇ ਲੈ ਕੇ ਉਹਨੂੰ ਰੈਸਟ ਦਿਓ, ਦੁਬਾਰਾ ਲਗਾਓ, ਫਿਰ ਉਹੀ ਕੁਆਲਿਟੀ, ਉਹਦੀ ਗਰੋਥ ਅੱਛੀ ਹੋ ਜਾਏਗੀ, ਬਿਲਕੁਲ ਉਹਨੂੰ ਠੀਕ। ਫਿਰ ਉਹੀ ਕੁਆਲਿਟੀ ਮਿਲੇਗੀ। अकबर भैया जड़ा परिंदा ना दा पूरा व्यू दिखाओ ले दोस्तों, माशाल्लाह बहुत अच्छा परिंदा है, बहुत अच्छा। इसका फ्रंट देखिए। अच्छा अकबर भाई एक चीज़ हो रही है, लो जोड़ा लान दे विच ना अक्सर कहंदे ने नर दा या मादी दा फ्रंट चौड़ा होना चाहिए, ਇਹ ਕਿਸੇ ਹੱਦ ਤੱਕ ਠੀਕ ਹੈ? ਨਰ ਦਾ ਕੀ ਫਰੰਟ ਸਿੱਧਾ? ਚੌੜਾ ਹੋਣਾ ਚਾਹੀਦਾ। ਉਹੀ ਮੈਂ ਜਿਹੜੀ ਤੁਹਾਨੂੰ ਸਟਾਰਟਿੰਗ ਫਸਟ ਪਾਰਟ ਵਿੱਚ ਕਿਹਾ ਨਾ ਕਿ ਫਰਕ ਦੋਨਾਂ 'ਚ ਹੋਣਾ ਚਾਹੀਦਾ। ਫਰਕ ਅਗਰ ਦੋਨਾਂ 'ਚ। ਦੋਨੋਂ ਚੌੜੇ ਹੋਣਗੇ ਤੇ ਉਹ ਮਜ਼ੀਦ ਚੌੜਾਈ ਚਲੀ ਜਾਏਗੀ ਚੀਜ਼। ठीक हो गया। नर बेसिकल उनकी चेस्ट चौड़ी होनी चाहिए और चौड़ी अच्छी चीज़ है, अच्छा सीना चौड़ा होना चाहिए। बिल्कुल सही। लेकिन दोस्तों इसका ना आई क्लोजअप ज़रा एक दफ़ा अकबर भाई दोबारा दिखा दो, बहुत अच्छा मेल है माशाल्लाह। लें दोस्तों माशाल्लाह बहुत अच्छा परिंदा है। माशाल्लाह इसकी फीमेल का भी आपको शो करवाते हैं। ये इसका पूरा कलर है, देखिए। अभी आप फिलहाल इसे इसका ही शौक करवाऊंगा। फीमेल इसकी जो है ना अभी अंडों पे है। अंडों पे है। अभी मेल ही जितना शौक करवाऊंगा, फीमेल करवाऊंगा लेकिन सेम पेयर का नहीं, किसी भी रेड आइज फीमेल का आपको करवा दूंगा शौक। ये भी मेल है, लें दोस्तों। ये दूसरा मेल है। अकबर भाई ये कौन सी ब्रीड है? ये बेसिकली ना सही जो है ना, ये मियाँ साहब वाली ब्लड लाइन मियाँ है। साहब वाली ब्रीड। जी जी, ये मेरे पास एक अरसा दराज से मेरे एक दोस्त थे, बुज़ुर्ग थे, वो अल्लाह को प्यारे हो गए हैं। उनके पाक ये उनकी साथ माफ़ जाके फरमाए। मैंने ये परिंदे मियाँ साहब से जो है ना हम लाए थे। तो वैसे भी बड़ी अरसे से बेसिक चीज़ पता क्या है कि जो अच्छी चीज़ होती है ना वही अच्छी होती है। तो कोशिश मेरी यही होती है कि जो परिंदा रिज़ल्ट दे अच्छा उसी को रखें। बिल्कुल ठीक हो गया।